ਅੱਜ ਆਪਾਂ ਗੱਲ ਕਰਦੇ ਹਾਂ ਸੱਜਣ ਚੈਨਲ ਦੇ ਸਭ ਦਰਸ਼ਕਾਂ ਸਰੋਤਿਆਂ ਵੀਰਾਂ ਭੈਣਾਂ ਭਰਾਵਾਂ ਨੂੰ ਸ਼ਮਸ਼ੇਰ ਸੰਧੂ ਵੱਲੋਂ ਨਿੱਘੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਗੱਲ ਕਰਦੇ ਹਾਂ ਇਨਕਲਾਬੀ ਕਵੀ ਪਾਸ਼ ਦੀ। ਬਹੁਤਿਆਂ ਨੂੰ ਪਤਾ ਹੀ ਹੋਵੇਗਾ, ਥੋੜਿਆਂ ਨੂੰ ਸ਼ਾਇਦ ਨਾ ਪਤਾ ਹੋਵੇ। ਪਾਸ਼ ਦੇ ਬਾਰੇ ਮੈਂ ਇੱਕ ਪੂਰੀ ਕਿਤਾਬ ਲਿਖੀ ਹੈ, ਉਹਦਾ ਨਾਂ ਹੈ ਇੱਕ ਪਾਸ਼ ਇਹ ਵੀ। ਉਹਦੇ ਵਿੱਚ ਮੈਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਕੀਤੀਆਂ, ਉਹ ਪਾਸ਼ ਦੇ ਬਾਰੇ ਗੈਰ ਰਸਮੀ ਗੱਲਾਂ, ਉਹਦੇ ਸੁਭਾਅ ਦੀਆਂ, ਉਹਦੀਆਂ ਕਵਿਤਾਵਾਂ ਦੀਆਂ, ਉਹਦੀ ਸਮੁੱਚੀ ਸ਼ਖਸੀਅਤ ਦੇ ਵੱਖ-ਵੱਖ ਪਹਿਲੂਆਂ ਦਾ, ਜਿਹਦੇ ਵਿੱਚ ਰੋਣਾ ਧੋਣਾ ਵੀ ਸ਼ਾਮਲ ਸੀ, ਜਿਹਦੇ 'ਚ ਹਾਸਾ ਠੱਠਾ ਵੀ ਸ਼ਾਮਲ ਸੀ, ਜਿਹਦੇ 'ਚ ਗੰਭੀਰਤਾ ਵੀ ਸ਼ਾਮਲ ਸੀ, ਜਿਹਦੇ 'ਚ ਸੰਜੀਦਗੀ ਵੀ ਸ਼ਾਮਲ ਸੀ। ਆਮ ਜਿਹੜਾ ਇੱਕ ਇਮੇਜ ਸੀ ਕਿ ਪਾਸ਼ ਤਾਂ ਜਿਵੇਂ ਕੋਈ ਪੱਥਰ ਦਾ ਟੁਕੜਾ ਹੁੰਦਾ ਜੋ ਹਰੇਕ ਦੇ ਮੱਥੇ 'ਚ ਵੱਜਦਾ, ਨਹੀਂ, ਇੱਦਾਂ ਕੁਛ ਨਹੀਂ ਸੀ। ਉਹ ਹੱਡ ਮਾਸ ਦਾ ਬੰਦਾ ਸੀ। ਮੇਰਾ ਖਿਆਲ ਆ ਕਿ 15-20 ਸਾਲ ਸਾਡੀ ਉਹ ਨੇੜਤਾ ਰਹੀ, ਧੁੱਪਾਂ ਛਾਵਾਂ ਇਕੱਠੀਆਂ ਬਿਤਾਈਆਂ। ਕਦੇ ਮੈਂ ਨਕੋਦਰ ਪਹੁੰਚ ਜਾਣਾ, ਉਹਦੇ ਪਿੰਡ ਤਲਵੰਡੀ ਸਲੇਮ, ਕਦੇ ਉਹਨੇ ਲੁਧਿਆਣੇ ਆਉਣਾ। ਫਿਰ ਜਦੋਂ ਵਿਜੇ ਹੋਸਟਲ 'ਚ ਪੜ੍ਹਨ ਲੱਗ ਗਿਆ ਪ੍ਰੈਪ ਦੇ ਵਿੱਚ ਜਲੰਧਰ, ਤਾਂ ਇੱਕ ਚਾਬੀ ਮੇਰੇ ਕੋਲ ਹੁੰਦੀ ਸੀ, ਇੱਕ ਉਹਦੇ ਕੋਲ। ਹਫ਼ਤੇ 'ਚ 3-4 ਦਿਨ ਸਾਡਾ ਮਿਲਣਾ ਇੱਕ ਦੂਜੇ ਨੂੰ ਆਮ ਹੀ ਹੁੰਦਾ ਸੀ, ਤੇ ਰੂਟੀਨ ਸਾਲਾਂ ਵੱਧੀ ਰਿਹਾ। ਪਾਸ਼ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਮੈਨੂੰ ਜ਼ੁਬਾਨੀ ਯਾਦ ਹੀ ਹੋ ਗਈਆਂ। ਲਓ, ਇੱਕ ਦੋ ਕਵਿਤਾਵਾਂ ਸਾਂਝੀਆਂ ਕਰਦੇ ਹਾਂ। ਅਸੀਂ ਤਾਂ ਖੱਪ ਗਏ ਹਾਂ ਧੂੜ ਵਿੱਚ ਲੱਥ-ਪੱਥ ਤਿਰਕਾਲਾਂ ਦੇ ਢਿੱਡ ਅੰਦਰ, ਅਸੀਂ ਤਾਂ ਛਪ ਗਏ ਹਾਂ ਪੱਥੇ ਹੋਏ ਗੋਹੇ ਦੇ ਉੱਤੇ ਉਕਰੀਆਂ ਉਂਗਲਾਂ ਦੇ ਵਾਂਗ। ਜਮਹੂਰੀਅਤ ਦੇ ਪੈਰਾਂ 'ਚ ਰੁਲਦੇ ਹੋਏ ਮੇਰੇ ਦੇਸ਼, ਸਾਡਾ ਫਿਕਰ ਨਾ ਕਰਨਾ, ਸਾਡਾ ਫਿਕਰ ਨਾ ਕਰਨਾ। ਪ੍ਰਸ਼ਨ ਤਾਂ ਬਹੁਤ ਵੱਡਾ ਹੈ ਕਿ ਇਸ ਨਿੱਕੇ ਜਿਹੇ ਲੰਮੇ ਸਮੇਂ ਅੰਦਰ ਅਸੀਂ ਦੇਸ਼ ਭਗਤ ਕਿਉਂ ਨਾ ਬਣੇ। ਪਰ ਮਿੱਟੀ ਨੇ ਖਾ ਲਈ ਕਈ ਕਰੋੜ ਬਾਹਾਂ ਦੀ ਤਾਕਤ, ਤੇ ਸਾਡੀ ਅਣਖ ਦੇ ਰੁਖੜੇ ਜਿਨ੍ਹਾਂ ਨੇ ਫੈਲ ਕੇ ਕਰਨੀ ਸੀ ਤੇਰੇ ਤਪਦੇ ਮਾਰੂ ਥਲਾਂ ਤੇ ਛਾਂ, ਦਫ਼ਤਰਾਂ ਵਿੱਚ ਪਲਦੇ ਹੋਏ ਸਾਨਾ ਮਰੁੰਡ ਲਏ। ਮੇਰੇ ਦੇਸ਼, ਕੀ ਹੋ ਸਕਦਾ ਸੀ ਇਸ ਨਿੱਕੇ ਜਿਹੇ ਲੰਮੇ ਸਮੇਂ ਅੰਦਰ ਕਿ ਜਦੋਂ ਜਿਸਮਾਂ ਤੇ ਆਉਂਦਾ ਹੈ ਫੁੱਲ ਖਿੜਨ ਦਾ ਮੌਸਮ, ਉਦੋਂ ਵੀ ਸਾਡੇ ਜ਼ਿਹਨ ਵਿੱਚੋਂ ਰੇਤ ਗਿਰਦੀ ਹੈ। ਜਦੋਂ ਹੁਣ ਸੋਚਦੇ ਹਾਂ ਤੇਰੇ ਬਾਰੇ ਮੇਰੇ ਦੇਸ਼, ਤਾਂ ਕੁਝ ਇਸ ਤਰ੍ਹਾਂ ਲੱਗਦਾ ਜਿਵੇਂ ਅੱਖਾਂ ਹੀ ਅੱਖਾਂ 'ਚ ਕੋਈ ਮਰ ਜਾਏ ਮੁਹੱਬਤ, ਤੇ ਜਿਸ ਦੇ ਨਸੀਬਾਂ ਵਿੱਚ ਨਾ ਹੋਵੇ ਇੱਕ ਵੀ ਪਲ ਮਿਲਣੀ ਦਾ। ਜਦੋਂ ਹੁਣ ਸੋਚਦੇ ਹਾਂ ਤੇਰੇ ਬਾਰੇ ਮੇਰੇ ਦੇਸ਼, ਤਾਂ ਕੁਝ ਇਸ ਤਰ੍ਹਾਂ ਲੱਗਦਾ ਜਿਵੇਂ ਤੂੰ ਸਾਊ ਧੀ ਹੋਵੇਂ ਕਿਸੇ ਬੇਸ਼ਰਮ ਵੈਲੀ ਦੀ। ਅਸੀਂ ਤਾਂ ਖੱਪ ਗਏ ਹਾਂ ਧੂੜ ਵਿੱਚ ਲੱਥ-ਪੱਥ ਤਿਰਕਾਲਾਂ ਦੇ ਢਿੱਡ ਅੰਦਰ, ਅਸੀਂ ਤਾਂ ਛਪ ਗਏ ਹਾਂ ਪੱਥੇ ਹੋਏ ਗੋਹੇ ਦੇ ਉੱਤੇ ਉਕਰੀਆਂ ਉਂਗਲਾਂ ਦੇ ਵਾਂਗ। ਜਮਹੂਰੀਅਤ ਦੇ ਪੈਰਾਂ 'ਚ ਰੁਲਦੇ ਹੋਏ ਮੇਰੇ ਦੇਸ਼, ਸਾਡਾ ਫਿਕਰ ਨਾ ਕਰਨਾ, ਸਾਡਾ ਫਿਕਰ ਨਾ ਕਰਨਾ। ਪਾਸ਼ ਦੀ ਇੱਕ ਹੋਰ ਨਿੱਕੀ ਜਿਹੀ ਕਵਿਤਾ ਸੀ, ਕਲਾਮ ਮਿਰਜ਼ਾ, ਬਹੁਤ ਪਿਆਰੀ ਕਵਿਤਾ ਸੀ। ਤੇਰੀ ਵੀ ਅੱਖ ਸੁਣਿਆ ਹੈ ਸੁਰਮਾ ਨਹੀਂ ਝਲਦੀ, ਤੇ ਤੇਰੇ ਵੀ ਵਾਲਾਂ ਤੋਂ ਕੰਘੀ ਤਰਮਕਦੀ ਹੈ। ਤੇਰੀ ਵੀ ਅੱਖ ਸੁਣਿਆ ਹੈ ਸੁਰਮਾ ਨਹੀਂ ਝਲਦੀ, ਤੇ ਤੇਰੇ ਵੀ ਵਾਲਾਂ ਤੋਂ ਕੰਘੀ ਤਰਮਕਦੀ ਹੈ। ਮੈਨੂੰ ਪਤਾ ਮੇਰਾ ਕਤਲ ਇਤਿਹਾਸ ਦੇ ਆਉਂਦਿਆਂ ਸਫ਼ਿਆਂ ਤੇ ਲਿਖਿਆ ਹੈ, ਪਰ ਸ਼ਾਇਦ ਹੁਣ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ। ਹੋ ਸਕਦਾ ਕਿਸੇ ਕੁਰਸੀ ਦੇ ਥੱਲੇ ਮੈਂ ਜਾਗਦਾ ਹੀ ਵੱਢ ਦਿੱਤਾ ਜਾਵਾਂ, ਤੇ ਮੇਰੇ ਕਤਲ ਨੂੰ ਪੀਲੂ ਸ਼ਾਇਰ ਨਿਗੂਣੀ ਜਿਹੀ ਘਟਨਾ ਕਰਾਰ ਦੇ ਦੇਵੇ, ਕਿਉਂਕਿ ਉਹਨੇ ਤਾਂ ਹੁਣ ਆਕਾਸ਼ਵਾਣੀ ਵਿੱਚ ਨੌਕਰੀ ਕਰ ਲਈ ਹੈ। ਇਸੇ ਲਈ ਮੈਂ ਕਹਿੰਦਾ ਹਾਂ, ਸ਼ਾਇਦ ਹੁਣ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ। ਉਂਝ ਤੇਰੀ ਵੀ ਅੱਖ ਸੁਣਿਆ ਹੈ ਸੁਰਮਾ ਨਹੀਂ ਝਲਦੀ, ਤੇ ਤੇਰੇ ਵੀ ਵਾਲਾਂ ਤੋਂ ਕੰਘੀ ਤਰਮਕਦੀ ਹੈ।
ਮੇਰੇ ਕੋਲ ਤੀਰ ਹੁਣ ਕਾਗਜ਼ ਦੇ ਹਨ, ਜੋ 5 ਸਾਲਾਂ 'ਚ ਇੱਕ ਵਾਰ ਹੀ ਚੱਲਦਾ ਹੈ। ਮੇਰੇ ਕੋਲ ਤੀਰ ਹੁਣ ਕਾਗਜ਼ ਦੇ ਹਨ, ਜੋ 5 ਸਾਲਾਂ 'ਚ ਇੱਕ ਵਾਰ ਹੀ ਚੱਲਦਾ ਹੈ। ਤੇ ਇਹ ਤੀਰ ਜਿਸ ਦੇ ਵੱਜਦਾ ਹੈ, ਉਹ ਪਾਣੀ ਨਹੀਂ ਮੰਗਦਾ, ਮੇਰਾ ਖੂਨ ਮੰਗਦਾ ਹੈ। ਇਸੇ ਲਈ ਮੈਂ ਕਹਿ ਰਿਹਾ, ਸ਼ਾਇਦ ਹੁਣ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ। ਉਂਝ ਸੁਣਿਆ ਹੈ ਤੇਰੀ ਵੀ ਅੱਖ ਸੁਰਮਾ ਨਹੀਂ ਝੱਲਦੀ, ਤੇ ਤੇਰੇ ਵੀ ਵਾਲਾਂ ਤੋਂ ਕੰਘੀ ਤਰਵਕਦੀ ਹੈ। ਪਾਸ਼ ਦਾ ਪਿੰਡ ਤਲਵੰਡੀ ਸਲੇਮ ਨਕੋਦਰ ਤੋਂ ਜਲੰਧਰ ਨੂੰ ਜਾਂਦਿਆਂ ਸੜਕ ਤੇ ਹੀ ਪੈਂਦਾ ਸੀ। ਉਹਦਾ ਇੱਕ ਚੁਬਾਰਾ ਸੀ। ਉਹ ਚੁਬਾਰਾ ਤਾਂ ਪੁਰਾਤਤਵ ਵਿਭਾਗ ਨੂੰ ਕਿਤੇ ਸਾਂਭ ਲੈਣਾ ਚਾਹੀਦਾ ਸੀ, ਪਰ ਇੱਦਾਂ ਦੇ ਚੀਜ਼ਾਂ ਸਾਂਭਣ ਦਾ ਆਪਣੇ ਰਿਵਾਜ ਹੀ ਨਹੀਂ ਹੈ ਸ਼ਾਇਦ। ਉਹ ਛੋਟਾ ਜਿਹਾ ਜਿਹੜਾ ਚੁਬਾਰਾ ਸੀ, ਉਹੀ ਡਰਾਇੰਗ ਰੂਮ ਸੀ, ਉਹੀ ਬੈਡਰੂਮ ਸੀ, ਉਹੀ ਗੈਸਟ ਰੂਮ ਸੀ, ਉਹੀ ਰੀਡਿੰਗ ਰੂਮ ਸੀ, ਜਾਣੀ ਕਿ ਸਾਰਾ ਕੁਛ ਹੀ ਉਹ ਸੀ। ਉਹਦੇ ਵਿੱਚ ਸਾਡੀਆਂ ਬਹੁਤ ਬੈਠਕਾਂ ਹੁੰਦੀਆਂ ਰਹੀਆਂ, ਮਹਿਫਲਾਂ ਲੱਗਦੀਆਂ ਰਹੀਆਂ। ਲਖਬੀਰ ਮਾਂਗਟ, ਹਰਚਰਨ ਬਾਸੀ, ਗੁਰਪ੍ਰਤਾਪ ਬਿੱਲਾ, ਹੋਰ ਸਾਡੇ ਸੱਜਣ ਮਿੱਤਰ ਵੀ ਉੱਥੇ ਜਾਂਦੇ ਰਹੇ। ਉਹਦੀ ਇੱਕ ਕੰਧ ਦੇ ਉੱਤੇ ਅਮਤੋਜ ਦੀ ਕਵਿਤਾ ਲਿਖ ਕੇ ਲਾਈ ਹੋਈ ਸੀ ਪਾਸ਼ ਨੇ, ਇੱਕ ਕੰਧ ਦੇ ਉੱਤੇ ਪਾਤਰ ਦੀ ਕਵਿਤਾ ਲਾਈ ਹੋਈ ਸੀ। ਨਾਲ ਦਾ ਜਿਹੜਾ ਕੋਠਾ ਸੀ, ਕੱਚਾ ਕੋਠਾ ਸੀ, ਉਹਦੇ ਵਿਚਕਾਰ ਇੱਕ ਕੰਧ ਸੀ ਐਵੇਂ 4-5 ਇੰਚ ਦੀ। ਅਸੀਂ ਤਾਂ ਉਹਦੇ ਤੇ ਮਸਾਂ ਹੀ ਲੰਮਾ ਜਿਹਾ ਬਾਂਸ ਰੱਖਿਆ ਹੋਇਆ ਸੀ, ਉਹਨੂੰ ਫੜ ਫੜ ਕੇ ਉਸ ਕੋਠੇ ਤੇ ਜਾਂਦੇ ਸੀ ਜਦੋਂ ਪੈਣਾ ਹੁੰਦਾ ਸੀ। ਪਰ ਪਾਸ਼ ਕੀ ਕਰਦਾ ਸੀ, ਦਗੜ ਦਗੜ ਕਰਦਿਆਂ ਇੱਕ ਕੱਛ 'ਚ ਮੰਜਾ ਹੁੰਦਾ ਸੀ, ਇੱਕ ਕੱਛ 'ਚ ਬਿਸਤਰਾ, ਤੇ ਉਸ ਕੋਠੇ ਤੇ ਪਹੁੰਚ ਜਾਂਦਾ ਸੀ। ਉੱਥੇ ਅਸੀਂ ਕਦੇ ਮੰਜੇ ਤੇ ਸੌਂ ਜਾਂਦੇ ਸੀ, ਕਦੇ ਥੱਲੇ ਹੀ ਬਿਸਤਰਾ ਲਾ ਲੈਂਦੇ ਸੀ। ਬੜੀਆਂ ਸਕੀਮਾਂ ਘੜਦੇ ਸੀ। ਬੜਾ ਉਦੋਂ ਅਸੀਂ ਐਂ ਸਮਝਦੇ ਹੁੰਦੇ ਸੀ, ਸਮਾਜ ਦਾ, ਸਾਹਿਤ ਦਾ ਸਾਡੇ ਮੋਢਿਆਂ ਤੇ ਬਹੁਤ ਭਾਰ ਆ। ਇੱਕ ਵਾਰ ਦੀ ਗੱਲ ਹੈ ਕਿ ਜਦੋਂ ਟਾਈਮ ਜਿਹਾ ਲੱਗਦਾ ਹੁੰਦਾ ਸੀ, ਅਸੀਂ ਕਦੇ ਪਟਿਆਲੇ ਵੱਲ ਨੂੰ ਕੂਚ ਕਰ ਦਿੰਦੇ ਸੀ, ਕਦੇ ਡਲਹੌਜ਼ੀ ਵੱਲ ਨੂੰ। ਇੱਕ ਵਾਰ ਦਿੱਲੀ ਵੱਲ ਨੂੰ ਕੂਚ ਕੀਤਾ। ਉੱਥੇ ਪ੍ਰੋਫੈਸਰ ਕਿਸ਼ਨ ਸਿੰਘ ਨੂੰ ਮਿਲੇ, ਅਮਰਤਾ ਪ੍ਰੀਤਮ ਨੂੰ ਮਿਲੇ, ਤੇ ਸੇਧ ਰਸਾਲੇ ਦਾ ਸੰਪਾਦਕ ਹੁੰਦਾ ਸੀ ਗੁਰਵੇਲ ਪੰਨੂ। ਉਹਨੇ ਸਾਨੂੰ ਘਰ ਸੱਦ ਲਿਆ। ਜਿਵੇਂ ਕਿ ਆਮ ਮਾਹੌਲ ਹੁੰਦਾ ਹੀ ਸੀ, ਬਈ ਪਾਸ਼ ਤੋਂ ਨਵੀਂ ਕਵਿਤਾ ਸੁਣੋ, ਪਾਸ਼ ਤੋਂ ਨਵੀਂ ਕਵਿਤਾ ਸੁਣੋ। ਤੇ ਉੱਥੇ 8-10 ਔਰਤਾਂ ਸੀ, ਬਹੁਤ ਹੀ ਪੜ੍ਹੀਆਂ ਲਿਖੀਆਂ, ਜਿਨ੍ਹਾਂ 'ਚੋਂ 2 ਤਾਂ ਪ੍ਰਿੰਸੀਪਲ ਸੀ ਕਿਸੇ ਕਾਲਜ ਦੀਆਂ। ਲੋ ਜੀ, ਪਾਸ਼ ਨੇ ਕਵਿਤਾ ਸੁਣਾਈ। ਕਵਿਤਾ ਸੀ, ਮੈਂ ਹੁਣ ਵਿਦਾ ਹੁੰਦਾ ਹਾਂ, ਮੇਰੀ ਦੋਸਤ, ਮੈਂ ਹੁਣ ਵਿਦਾ ਹੁੰਦਾ। ਮੈਂ ਇੱਕ ਕਵਿਤਾ ਲਿਖਣੀ ਚਾਹੀ ਸੀ ਜਿਸ ਨੂੰ ਤੂੰ ਸਾਰੀ ਉਮਰ ਪੜ੍ਹਦੀ ਰਹਿ ਸਕੇ। ਉਸ ਕਵਿਤਾ ਵਿੱਚ ਰੁੱਖਾਂ ਉੱਤੋਂ ਚੋਂਦੀਆਂ ਧੁੰਦਾਂ ਦਾ ਜ਼ਿਕਰ ਹੋਣਾ ਸੀ, ਬਾਲਟੀ ਵਿੱਚ ਚੋਏ ਦੁੱਧ ਉੱਤੇ ਗਾਉਂਦੀਆਂ ਝੱਗਾਂ ਦਾ ਜ਼ਿਕਰ ਹੋਣਾ ਸੀ। ਬੜੀ ਲੰਮੀ ਕਵਿਤਾ ਸੀ ਤੇ ਬਹੁਤ ਹੀ ਜਜ਼ਬਾਤੀ ਕਵਿਤਾ ਸੀ। ਉਹ ਕਵਿਤਾ ਖਤਮ ਹੋਈ ਤਾਂ ਫਿਰ ਉਸਨੇ ਇਹ ਅਸੀਂ ਤਾਂ ਖੱਪ ਗਏ ਹਾਂ ਮੇਰੇ ਦੇਸ਼, ਲੱਥ-ਪੱਥ ਤਰਕਾਲਾਂ ਦੇ ਢਿੱਡ ਅੰਦਰ, ਇਹ ਵੀ ਸੁਣਾਈ। ਤਾਂ ਹੋਇਆ ਕਿ ਉਹਨਾਂ 'ਚ ਜਿਹੜੀ ਇੱਕ ਪ੍ਰਿੰਸੀਪਲ ਸੀਗੀ, ਉਹ ਬਾਥਰੂਮ ਗਈ। ਉਹਨੇ ਆਪਦਾ ਮੂੰਹ ਨੱਕ ਸਾਫ਼ ਕੀਤਾ ਕਿਉਂਕਿ ਉਹਦਾ ਰੋਣ ਨਿਕਲ ਗਿਆ ਸੀ। ਉਹ ਦੁਬਾਰਾ ਆਪਣੇ ਆਪ ਨੂੰ ਕਾਇਮ ਜੇ ਕਰਕੇ ਆ ਕੇ ਕੁਰਸੀ ਖਿੱਚ ਕੇ ਪਾਸ਼ ਦੇ ਸਾਹਮਣੇ ਬਹਿ ਗਈ ਤੇ ਇੰਨੀ ਭਾਵੁਕ ਹੋਈ, ਉਹਦਾ ਮੈਨੂੰ ਫਿਕਰਾ ਯਾਦ ਆ। ਉਹਨੇ ਪ੍ਰਿੰਸੀਪਲ ਔਰਤ ਨੇ ਕੀ ਬੋਲਿਆ ਤੇ ਪਾਸ਼ ਨੇ। ਪ੍ਰਿੰਸੀਪਲ ਔਰਤ ਕਹਿੰਦੀ, ਪਾਸ਼ ਜੀ ਦੱਸੋ ਇਸ ਦੇਸ਼ ਲਈ ਅਸੀਂ ਕੀ ਕਰ ਸਕਦੇ ਹਾਂ। ਤੇ ਅੱਗੋਂ ਪਾਸ਼ ਕਹਿੰਦਾ, ਸਾਨੂੰ ਤਾਂ ਭੈਣ ਜੀ ਆਪ ਨਹੀਂ ਪਤਾ ਲੱਗਿਆ ਅਜੇ ਤੱਕ ਇਸ ਦੇਸ਼ ਲਈ ਅਸੀਂ ਕੀ ਕਰ ਸਕਦੇ ਹਾਂ। ਪਾਸ਼ ਵਿੱਚ ਵਿਟ ਤੇ ਹਿਊਮਰ ਵੀ ਬਹੁਤ ਸੀ। ਪੜ੍ਹਨ ਦੀ ਉਹਦੀ ਸਪੀਡ ਤਾਂ ਤੋਬਾ ਤੋਬਾ। ਉਹ ਤਾਂ ਇੱਕੋ ਰਾਤ 'ਚ ਕਿਤਾਬ ਖਤਮ ਕਰ ਦਿੰਦਾ ਸੀ। ਤੇ ਵਿਟ ਹਿਊਮਰ ਉਹਨੂੰ ਇੰਨਾ ਮਟਕਾਉਣ ਦੀ ਆਦਤ ਸੀ ਗੱਲਬਾਤ ਨੂੰ,
ਯਾਨੀ ਛਪਾਰ ਦੇ ਮੇਲੇ ਦੀਆਂ ਕੁਝ ਬੋਲੀਆਂ ਟੱਪੇ ਮੈਂ ਸੁਣੇ ਹੋਏ ਸੀ, ਉਹਨੂੰ ਸੁਣਾਏ ਤਾਂ ਉਹਨੇ ਉਹਨਾਂ ਦਾ ਐਸਾ ਹਿੰਦੀਕਰਨ ਕੀਤਾ, ਸੰਸਕ੍ਰਿਤ ਰੰਗ ਜਿਹਾ ਚਾੜਿਆ। ਜਦੋਂ ਹਿੰਦੀ ਸੰਸਕ੍ਰਿਤ ਰੰਗ ਦੇਖਦੇ ਆ ਤਾਂ ਆਮ ਬੰਦੇ ਨੂੰ ਸਮਝ ਹੀ ਨਹੀਂ ਆਉਂਦਾ ਵੀ ਇਹ ਕੀ ਬਣਾਤਾ। ਉਹ 'ਚੋਂ ਮੈਂ ਇੱਕ ਦੋ ਮਿਸਾਲਾਂ ਦਿੰਦਾ। ਪਾਸ਼ ਨੇ ਸੁਣਾਇਆ, ਕਹਿੰਦਾ ਵੀ शीघ्र चले जाओगे विनाश की ओर सुबक तरुणा के मित्र। शीघ्र चले जाओगे विनाश की ओर सुबक तरुणा के मित्र। ਤੇ ਪੰਜਾਬੀ ਟੱਪਾ ਸੀਗਾ ਜਿਹਦਾ ਉਹਨੇ ਇਹ ਰੰਗ ਚਾੜਿਆ, ਉਹ ਸੀ ਬਈ ਪਤਲੀ ਨਾਰ ਦਿਆ ਯਾਰਾ ਛੇਤੀ ਘਸ ਜਾਏਗਾ। ਇੱਕ ਹੋਰ ਟੱਪਾ ਸੁਣੋ। क्या मिला कपोलों के स्पर्श से मुफ्त की बदनामी के सिवा। क्या मिला कपोलों के स्पर्श से मुफ्त की बदनामी के सिवा। ਤੇ ਉਹ ਅਸਲ ਟੱਪਾ ਜਿਹੜਾ ਮੈਂ ਉਹਨੂੰ ਸੁਣਾਇਆ ਸੀ ਉਹ ਸੀ ਬਈ ਕੀ ਲੈ ਲਿਆ ਗੱਲਾਂ ਨੂੰ ਹੱਥ ਲਾ ਕੇ ਵੇ ਲਾਲਾ ਲਾਲਾ ਹੋ ਗਈ ਮਿੱਤਰਾ। ਗੱਲ ਚੋਂ ਗੱਲ ਕੱਢਣ ਦਾ ਤੇ ਗੱਲ ਨੂੰ ਵਧੀਆ ਢੰਗ ਨਾਲ ਉਲਟਾਉਣ ਦਾ ਵੀ ਉਹਨੂੰ ਬੜਾ ਵੱਲ ਸੀ। ਮੈਂ ਉਹਨੂੰ ਕਿਹਾ, ਯਾਰ ਪਾਸ਼ ਤੂੰ ਮੇਰੀ ਕਮਜ਼ੋਰੀ ਬਣਦਾ ਜਾ ਰਿਹਾ, ਹਫ਼ਤੇ 'ਚ 4-4 ਦਿਨ ਮਿਲਦੇ ਆ ਫਿਰ ਵੀ ਰੱਜ ਨਹੀਂ ਆਉਂਦਾ। ਉਹ ਕਹਿੰਦਾ ਤੇਰੀ ਭਾਵਨਾ ਇਹੀ ਰਹੂ, ਪਰ ਯਾਰ ਫਿਕਰਾ ਠੀਕ ਕਰ। ਮੈਂ ਕਿਹਾ ਕਿਵੇਂ? ਕਹਿੰਦਾ ਤੂੰ ਕਹਿ ਰਿਹਾ ਵੀ ਤੂੰ ਮੇਰੀ ਕਮਜ਼ੋਰੀ ਬਣਦਾ ਜਾ ਰਿਹਾ, ਤੂੰ ਇਉਂ ਕਹਿ ਵੀ ਤੂੰ ਮੇਰੀ ਪਾਸ਼, ਤੂੰ ਮੇਰੀ ਸ਼ਕਤੀ ਬਣਦਾ ਜਾ ਰਿਹਾ। ਇਸੇ ਤਰ੍ਹਾਂ ਹੀ ਉਹ ਮੈਂ ਟੱਪਾ ਬੋਲਿਆ ਸਰਸਰੀ ਬਈ ਕੀ ਸੀ ਕਿ ਹਾਂ, ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਪਾਸ਼ ਨੇ ਇਹਨੂੰ ਸੋਧਿਆ, ਕਹਿੰਦਾ ਇਹਨੂੰ ਐਂ ਵੀ ਕੀਤਾ ਜਾ ਸਕਦਾ ਵੀ ਪਹਿਲਾ ਟੱਪਾ ਤਾਂ ਹੈ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਨਹੀਂ, ਇਹਨੂੰ ਐਂ ਕਹੀਏ ਵੀ ਦੋ ਪੈਰ ਵੱਧ ਤੁਰਨਾ ਨਾਲੇ ਤੁਰਨਾ ਮੜਕ ਦੇ ਨਾਲ। ਸਾਹਿਤ ਤਾਂ ਅੰਤਾਂ ਦਾ ਉਹਨੇ ਪੜ੍ਹਿਆ ਹੀ ਪੜ੍ਹਿਆ ਸੀ। ਚੈਖਵ, ਟਾਲਸਟਾਏ, ਗੋਰਕੀ ਤੋਂ ਲੈ ਕੇ ਅੰਗਰੇਜ਼ੀ ਸਾਹਿਤ ਵੀ ਬਹੁਤ ਉਹਨੇ ਪੜ੍ਹਿਆ ਸੀਗਾ। ਤੇ ਇਹਦੇ ਨਾਲ ਨਾਲ ਉਹ ਮਸਤਰਾਮ ਦੇ ਨਾਵਲ ਵੀ ਪੜ੍ਹਦਾ ਸੀ, ਉਹ ਗੁਲਸ਼ਨ ਨੰਦਾ ਦੇ ਨਾਵਲ ਵੀ ਪੜ੍ਹਦਾ ਸੀ। ਉਹ ਤਾਂ ਕਹਿਣਾ ਸੀ ਵੀ ਗੁਲਸ਼ਨ ਨੰਦਾ ਦੇ ਨਾਵਲਾਂ ਨੂੰ ਪੜ੍ਹਦੇ ਹੋਏ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਐਲੀਮੈਂਟ ਆਫ ਇੰਟਰਸਟ ਜਿਹੜਾ ਉਹਨੇ ਕਿਵੇਂ ਭਰਿਆ। ਕਿਉਂ ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ਦੇ ਉੱਤੇ ਗੁਲਸ਼ਨ ਨੰਦਾ ਨੂੰ ਲੋਕ ਖਰੀਦਦੇ ਆ ਤੇ ਪੜ੍ਹਦੇ ਆ। ਕਵੀ ਦਰਬਾਰਾਂ ਦੇ ਵਿੱਚ ਉਹ ਆਮ ਤੌਰ ਤੇ ਜਾਣ ਤੋਂ ਪਰਹੇਜ਼ ਕਰਦਾ ਹੁੰਦਾ ਸੀ। ਉਹਨੂੰ ਰਸਮੀ ਜਿਹਾ ਉੱਠਣਾ ਬੈਠਣਾ, ਰਸਮੀ ਜਿਹਾ ਬੋਲਣਾ ਉਹਨੂੰ ਚੰਗਾ ਨਹੀਂ ਸੀ ਲੱਗਦਾ। ਪਾਸ਼ ਨਾਲ ਇੰਨੀਆਂ ਲੰਮੀਆਂ ਚੌੜੀਆਂ ਯਾਦਾਂ ਕਿ ਕਿਹੜੀ ਕਵਿਤਾ ਕਦੋਂ ਲਿਖੀ ਤੇ ਕਿਵੇਂ ਲਿਖੀ, ਜਿਹੜੀ ਪਿੰਡ ਦੇ ਮੁੰਡਿਆਂ ਨੂੰ ਜਿਵੇਂ ਉਹਨੇ ਲਿਖੀ, ਪਿੰਡ ਦੇ ਮੁੰਡਿਆਂ ਦੇ ਨਾਮ। ਉਹ ਇਸ ਤਰ੍ਹਾਂ ਸੀ ਕਿ ਪਿੰਡ ਦੀ ਸਭਾ ਨੇ ਇਹ ਫੈਸਲਾ ਕਰ ਲਿਆ ਸੀ ਪਿੰਡ 'ਚ ਸਪੀਕਰ ਨਹੀਂ ਲੱਗਣ ਦੇਣਾ, ਤੇ ਫੈਸਲਾ ਕਰ ਲਿਆ। 200 ਰੁਪਇਆ ਜੁਰਮਾਨਾ ਵੀ ਰੱਖ ਲਿਆ। ਪਾਸ਼ ਕਿਤੇ ਬਾਹਰ ਅੰਦਰ ਗਿਆ ਹੋਇਆ ਸੀ, ਜਦੋਂ ਪਿੰਡ ਆਇਆ ਤਾਂ ਸਪੀਕਰ ਖੜਕ ਰਿਹਾ ਸੀ। ਇਹ ਸਿੱਧਾ ਉਧਰ ਨੂੰ ਹੀ ਗਿਆ ਤਾਂ ਮੁੰਡੇ ਕਹਿੰਦੇ ਬੰਦ ਕਰ ਦਿਓ ਸਪੀਕਰ, ਬੰਦ ਕਰ ਦਿਓ, ਤਾਰੀ ਆ ਗਿਆ। ਤਾਰੀ ਦਾ ਮਤਲਬ ਉਹਦਾ ਨਾਂ ਅਵਤਾਰ ਸਿੰਘ ਸੰਧੂ ਸੀ ਨਾ, ਅਸਲ ਨਾਂ। ਪਿੰਡ 'ਚ ਉਹਨੂੰ ਤਾਰੀ ਕਹਿੰਦੇ ਸੀ। ਤੇ ਕੀ ਹੋਇਆ, ਇਹ ਕਹਿੰਦਾ ਵੀ ਆਪਾਂ ਤਾਂ ਸਪੀਕਰ ਤੇ ਪਾਬੰਦੀ ਲਾਈ ਹੋਈ ਸੀ ਵੀ ਤੁਸੀਂ ਫੇਰ ਲਾ ਲਿਆ। ਇਹ ਇੱਕ ਮੁੰਡੇ ਨੇ ਬਹੁਤ ਗੰਭੀਰ ਜਿਹਾ ਹੋ ਕੇ ਕਿਹਾ, ਕਹਿੰਦਾ ਤਾਰੀ ਯਾਰ ਚਿੱਤ ਜਿਹਾ ਨਹੀਂ ਸੀ ਲੱਗਦਾ, ਇਸ ਕਰਕੇ ਲਾ ਲਿਆ। ਪਾਸ਼ ਦੇ ਅੰਦਰ ਇਹ ਖੁੱਭ ਗਈ ਗੱਲ। ਉਹ ਕਹਿੰਦਾ ਇਹ ਮੁੰਡੇ ਬਹੁਤ ਸੱਚੇ ਆ, ਇਹ ਜਿਹੜਾ ਫਿਕਰ ਆ ਨਾ ਚਿੱਤ ਜਿਹਾ ਨਹੀਂ ਸੀ ਲੱਗਦਾ। ਉਹ ਕਹਿੰਦਾ ਚਿੱਤ ਨਹੀਂ ਨਾ ਜਿਹੜਾ ਲੱਗਦਾ, ਇਹ ਬਹੁਤ ਯਾਰ ਵਿਸ਼ਾਲ ਡੂੰਘੀ ਤੇ ਦੁਖਦਾਈ ਗੱਲ ਆ, ਇਹਦੇ ਬਾਰੇ ਬਹੁਤ ਸੋਚਣ ਦੀ ਲੋੜ ਆ ਸਾਰਿਆਂ ਨੂੰ। ਹਰੇਕ ਪਿੰਡ ਦੇ ਵਿੱਚ ਹੀ ਇੱਦਾਂ ਇਹ ਗੱਲ, ਇਕੱਲੇ ਮੇਰੇ ਪਿੰਡ ਤਲਵੰਡੀ ਸਲੇਮ ਦੀ। ਪਾਸ਼ ਦੀ ਕਿਹੜੀ ਗੱਲ ਕਰੀਏ। ਚਲੋ ਅੱਜ ਇੰਨੀਆਂ ਕੁ ਰੱਖਦੇ ਹਾਂ, ਫਿਰ ਕੁਝ ਅਰਸੇ ਬਾਅਦ ਪਾਸ਼ ਦੀਆਂ ਹੋਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ।